प्यारे बच्चों, सत श्री अकाल। बच्चों, असी पहले ਸਾਹਿਤਮਾਲਾ ਦੀਆਂ 3 कवितावां कर चुके हाँ ते अज असी अपनी दूसरी पाठ पुस्तक वनगी जिस दी पहली कहानी शुरू करन जा रहे हाँ, जिसका नाम है जन्मदिन, जो सविंदर सिंह उप्पल दी लिखी हुई है। सविंदर सिंह उप्पल का जन्म 8 अप्रैल 1924 ईस्वी ਨੂੰ माता श्रीमती जयवंती ਅਤੇ पिता श्री फकीर सिंह ਦੇ घर पिंड ਧਮਿਆਲ ਜ਼ਿਲ੍ਹਾ ਰਾਵਲਪਿੰਡੀ ਪਾਕਿਸਤਾਨ ਵਿਖੇ ਹੋਇਆ। ਪਿੰਡ ਤੋਂ 10ਵੀਂ ਕਰਨ ਉਪਰੰਤ ਗਾਰਡਨ ਕਾਲਜ ਰਾਵਲਪਿੰਡੀ ਵਿੱਚ ਦਾਖਲ ਹੋਏ। ਇੱਥੋਂ ਹੀ ਅੰਗਰੇਜ਼ੀ ਦੀ MA ਪਾਸ ਕੀਤੀ। ਪੰਜਾਬ ਦੀ ਵੰਡ ਪਿੱਛੋਂ ਉਹਨਾਂ ਨੇ ਸ਼ਿਮਲੇ ਆ ਕੇ ਪੰਜਾਬੀ ਦੀ MA ਪਾਸ ਕਰ ਲਈ। ਇੱਥੇ ਹੀ BM ਕਾਲਜ ਵਿਖੇ ਬਤੌਰ ਪ੍ਰੋਫੈਸਰ ਪੰਜਾਬੀ ਰਹੇ, मतलब पंजाबी के प्रोफैसर रहे। बाद विच खालसा कॉलेज दिल्ली विखे पंजाबी के प्रोफैसर लगे तो 1964 ईस्वी विच पंजाबी PhD की। उप्पल एक सफल कहानीकार है। उन्होंने कुड़ी पोठोहार दी, टैंदे मुनारे, भरा भरावां दे, दुध ते बुद्ध, अपना देश पराया देश, हाला भी नास नहीं होया, लक्ष्मण रेखा, कच्चा रंग कुसुंब दा, वासा स्वर्ग दा आदि कहानियां संग्रह लिखे। इन्हां तो इलावा उन्होंने पंजाबी कहानीकार, पंजाबी नावल, विधि ते विचार, नौरंग सिंह, जीवन ते रचना, मेरी प्रतिनिध रचना, नानक सिंह ते उसकी कला आदि कुछ होर पुस्तकां हन। उप्पल नूं पंजाबी ਸਾਹਿਤ ਸਮੀਖਿਆ बोर्ड जलंधर ਵੱਲੋਂ लक्ष्मण रेखा पुस्तक उत्ते पुरस्कारित किया गया। पंजाबी ਸਾਹਿਤ अकादमी दिल्ली ਅਤੇ संत निधान सिंह केसर मैमोरीयल कमेटी बैंकाक ਵੱਲੋਂ भी आप ਨੂੰ ਸਨਮਾਨਿਤ ਕੀਤਾ ਗਿਆ। ਹੁਣ ਤੁਹਾਡੀ ਇਹ ਕਹਾਣੀ ਅੱਗੋਂ ਸ਼ੁਰੂ ਹੁੰਦੀ ਹੈ, ਜਿਸ ਦਾ ਨਾਮ ਹੈ ਜਨਮ ਦਿਨ। ਪਰ ਇਸ ਕਹਾਣੀ ਨੂੰ ਅਸੀਂ ਪੂਰਾ ਨਹੀਂ ਪੜ੍ਹ ਸਕਦੇ, ਇਹ ਬਹੁਤ ਵੱਡੀ ਹੈ। ਇਹ ਤੁਸੀਂ ਆਪਣੀ ਕਿਤਾਬ ਵਿੱਚੋਂ ਹੀ ਪੜ੍ਹ ਸਕਦੇ ਹੋ। ਤਾਂ ਮੈਂ ਇਹਨਾਂ ਦੇ ਪੰਨੇ ਤੁਹਾਨੂੰ ਇੱਕ ਇੱਕ ਕਰਕੇ ਦਿਖਾ ਰਹੀ ਹਾਂ ਤੇ ਉਸ ਤੋਂ ਬਾਅਦ ਅਸੀਂ ਕਹਾਣੀ ਦਾ ਸਾਰ ਪੜਾਂਗੇ। ਜੇ ਤੁਸੀਂ ਚਾਹੁੰਦੇ ਹੋ ਤਾਂ ਇਸ ਕਹਾਣੀ ਨੂੰ ਤੁਸੀਂ ਰੋਕ ਕੇ ਪੜ੍ਹ ਸਕਦੇ ਹੋ। ਤੇ ਹੁਣ ਅਸੀਂ ਇਸ ਕਹਾਣੀ ਦਾ ਸਾਰ ਸ਼ੁਰੂ ਕਰਨ ਜਾ ਰਹੇ ਹਾਂ। जन्मदिन कहानी का सार। कहानी जन्मदिन प्रसिद्ध कहानीकार सविंदर सिंह उप्पल द्वारा लिखी गई है। इस कहानी विच अमीर लोगों नूं पैसे ते रुतबे दे जोर नाल गरीबां दीयां सदरां आसां उमंगां दा खून करदे दिखाया गया है। जुगल प्रसाद की तनख्वाह जिवें ही 5 रुपये वधदी है, वो अपने पुत्र सब तो छोटे मुंडे ज्योति नूं अंग्रेजी अते नवीआं विद्यक ਵਿਉਂਤਾਂ ਨਾਲ ਚੱਲ ਰਹੇ ਸਕੂਲ ਵਿੱਚ ਦਾਖਲਾ ਕਰਵਾ ਦਿੰਦਾ ਹੈ। ਉਸ ਦੀ ਪਤਨੀ ਦੇਵਕੀ ਘਰ ਦੀਆਂ ਆਰਥਿਕ ਸਥਿਤੀਆਂ ਨੂੰ ਦੇਖਦੇ ਹੋਏ ਪਤੀ ਨੂੰ ਸਮਝਾਉਂਦੀ ਹੈ, ਪਰ ਫਿਰ ਉਹ ਵੀ ਆਪਣੇ ਪਤੀ ਦੀ ਇੱਛਾ ਅਨੁਸਾਰ ਉਸ ਨੂੰ ਅੰਗਰੇਜ਼ੀ ਸਕੂਲ ਵਿੱਚ ਪਾ ਦਿੰਦੇ ਹਨ। ਉਸ ਦਾ ਮੁੰਡਾ ਅੰਗਰੇਜ਼ੀ ਵਿੱਚ ਹੁਸ਼ਿਆਰ ਹੋਵੇ ਅਤੇ ਇੱਕ ਵੱਡਾ ਅਫਸਰ ਬਣੇ, ਜੋ ਕਿ ਉਹਨਾਂ ਦੀ ਖੁਆਇਸ਼ ਹੁੰਦੀ ਹੈ। ਸਕੂਲ ਦੇ ਇਮਤਿਹਾਨਾਂ ਵਿੱਚ ਜੋਤੀ ਸਾਰੇ ਜਮਾਤੀਆਂ ਨਾਲੋਂ ਅੱਗੇ ਆਉਂਦਾ ਹੈ। ਜੁਗਲ ਪ੍ਰਸਾਦ ਦਫ਼ਤਰ ਵਿੱਚ ਆਪਣੇ ਸਾਥੀਆਂ ਨਾਲ ਜੋਤੀ ਦੀ ਲਿਆਕਤ ਬਾਰੇ ਗੱਲਾਂ ਕਰਦਾ ਹੈ ਅਤੇ ਬੜੇ ਮਾਣ ਨਾਲ ਕਹਿੰਦਾ ਹੈ ਕਿ ਜੋਤੀ ਉਸਦੇ ਸਾਰੇ ਖਾਨਦਾਨ ਦਾ ਨਾਂ ਰੋਸ਼ਨ ਕਰੇਗਾ। 6 ਮਹੀਨੇ ਬਾਅਦ ਜੋਤੀ ਨੇ ਪ੍ਰਿੰਸੀਪਲ ਦੀ ਇੱਕ ਚਿੱਠੀ ਜੁਗਲ ਪ੍ਰਸਾਦ ਨੂੰ ਲਿਆ ਕੇ ਦਿੱਤੀ। ਉਸਨੇ ਦੇਵਕੀ ਨੂੰ ਦੱਸਿਆ ਕਿ ਪ੍ਰਾਂਤ ਦਾ ਪ੍ਰਸਿੱਧ ਮੰਤਰੀ ਜਵਾਲਾ ਪ੍ਰਸਾਦ ਦਾ ਜਨਮ ਦਿਨ ਇੱਥੋਂ ਦੀ ਨਾਗਰਿਕ ਸਭਾ ਵੱਲੋਂ ਮਨਾਇਆ ਜਾ ਰਿਹਾ ਹੈ। ਸ਼ਹਿਰ ਦੇ 94 ਸਕੂਲਾਂ ਦੇ ਲਾਇਕ ਵਿਦਿਆਰਥੀ ਇਸ ਮੌਕੇ 'ਤੇ ਮੰਤਰੀ ਜੀ ਨੂੰ ਹਾਰ ਪਾ ਕੇ ਸਨਮਾਨਿਤ ਕਰਨਗੇ ਅਤੇ KG ਜਮਾਤ ਵਿੱਚ ਜੋਤੀ ਨੂੰ ਚੁਣਿਆ ਗਿਆ ਹੈ। ਜੋਤੀ ਨੇ ਇਸ ਸਮਾਗਮ ਵਿੱਚ ਖਾਸ ਤਰ੍ਹਾਂ ਦੇ ਕੱਪੜੇ ਪਾਉਣੇ ਸਨ, ਜਿਸ ਵਿੱਚ ਚਿੱਟੀ ਕਮੀਜ਼, ਚਿੱਟੀ ਨਿੱਕਰ, ਜੁਰਾਬਾਂ ਅਤੇ ਇੱਕ ਸੁਨਹਿਰੀ ਹਾਰ ਸ਼ਾਮਿਲ ਸੀ। ਇਹ ਸੁਣ ਕੇ ਦੇਵਕੀ ਸੋਚਾਂ ਵਿੱਚ ਪੈ ਗਈ ਕਿ ਇੰਨੇ ਪੈਸੇ ਕਿੱਥੋਂ ਆਉਣਗੇ। ਦੇਵਕੀ ਆਪਣੀ ਧੀ ਗੁੱਡੀ ਦੀ ਬੁਗਨੀ ਵਿੱਚੋਂ 7 ਅਤੇ ਜੋਤੀ ਦੀ ਬੁਗਨੀ ਵਿੱਚੋਂ 12 ਆਨੇ ਕੱਢ ਲਿਆਉਂਦੀ ਹੈ।
ਜੁਗਲ ਪ੍ਰਸਾਦ ਆਪਣੇ ਦੋਸਤ ਤੋਂ 3 ਰੁਪਏ ਲੈ ਆਉਂਦਾ ਹੈ ਅਤੇ ਬਾਜ਼ਾਰੋਂ ਸਮਾਨ ਲਿਆ ਕੇ ਜੋਤੀ ਦੇ ਨਵੇਂ ਕੱਪੜੇ ਤਿਆਰ ਕੀਤੇ ਜਾਂਦੇ ਹਨ। ਅਤੇ ਜੁਗਲ ਪ੍ਰਸਾਦ ਅਖਬਾਰ ਦੇ ਸੰਪਾਦਕ ਨਾਲ ਵੀ ਗੱਲ ਕਰਦਾ ਹੈ, ਜਿਸ ਨੇ ਉੱਥੇ ਫੋਟੋ ਖਿੱਚਣ ਜਾਣਾ ਹੁੰਦਾ ਹੈ। ਜੁਗਲ ਪ੍ਰਸਾਦ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਸ ਨੂੰ ਵੀ ਸੱਦਾ ਪੱਤਰ ਮਿਲ ਜਾਵੇ, ਪਰ ਉਹ ਅਸਫਲ ਰਿਹਾ। ਉੱਥੇ ਬਹੁਤ ਵੱਡੇ ਲੋਕਾਂ ਨੂੰ ਬੁਲਾਇਆ ਗਿਆ ਸੀ। ਐਤਵਾਰ ਨੂੰ ਘਰਦਿਆਂ ਨੇ ਜੋਤੀ ਨੂੰ ਪ੍ਰਿੰਸੀਪਲ ਵੱਲ ਭੇਜ ਦਿੱਤਾ ਅਤੇ ਸ਼ਾਮ ਨੂੰ ਉਸਦੇ ਮੁੜਨ ਦੀ ਉਡੀਕ ਕਰਨ ਲੱਗੇ। ਉਹ ਆਪਣੀ ਜ਼ੁਬਾਨੀ ਸਮਾਗਮ ਦਾ ਸਾਰਾ ਹਾਲ ਸੁਣਾਏ। ਪ੍ਰਿੰਸੀਪਲ ਜਦ ਜੋਤੀ ਦੇ ਨਾਲ ਜੁਗਲ ਪ੍ਰਸਾਦ ਦੇ ਘਰ ਪਹੁੰਚੀ ਤਾਂ ਉਹ ਬਹੁਤ ਖਫਰ ਮਹਿਸੂਸ ਕਰਦਾ ਹੈ, ਪਰ ਪ੍ਰਿੰਸੀਪਲ ਅਫਸੋਸ ਜਤਾਉਂਦਿਆਂ ਕਹਿੰਦੀ ਹੈ ਕਿ ਜੋਤੀ ਨੂੰ ਹਾਰ ਪਹਿਨਾਉਣ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਸੇਠ ਲਖਪਤ ਰਾਏ ਨੇ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਂ ਸਕੂਲ ਦੇ ਚੇਅਰਮੈਨ ਨੂੰ ਕਹਿ ਕੇ ਬਦਲਵਾ ਲਿਆ ਸੀ। ਇੰਨੀ ਗੱਲ ਕਹਿ ਕੇ ਪ੍ਰਿੰਸੀਪਲ ਚਲੀ ਜਾਂਦੀ ਹੈ। ਜੁਗਲ ਪ੍ਰਸਾਦ ਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ। ਉਹ ਕਹਿੰਦਾ ਹੈ, ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ, ਮੇਰਾ ਜਨਮ ਦਿਨ ਹੈ। ਮੇਰੀ ਸੁੱਤੀ ਜੁਰਤ ਅਤੇ ਦਲੇਰੀ ਦਾ ਜਨਮ ਦਿਨ ਹੈ। ਮੈਂ ਵੇਖਾਂਗਾ ਕਿਵੇਂ ਕੋਈ ਗਰੀਬਾਂ ਦੀਆਂ ਸੱਧਰਾਂ ਅਤੇ ਉਮੀਦਾਂ ਨੂੰ ਲਤਾੜਨ ਦੀ ਜੁਰਤ ਕਰੇਗਾ। ਜਿਵੇਂ ਤੁਸੀਂ ਕਹਾਣੀ ਵਿੱਚ ਸੁਣਿਆ ਹੈ ਕਿ ਜੁਗਲ ਪ੍ਰਸਾਦ ਹੁੰਦਾ ਹੈ ਜੋ ਆਪਣੇ ਮੁੰਡੇ ਨੂੰ KG ਕਲਾਸ ਵਿੱਚ ਅੰਗਰੇਜ਼ੀ ਮੀਡੀਅਮ ਸਕੂਲ ਵਿੱਚ ਪਾਉਂਦਾ ਹੈ ਅਤੇ ਉਸਦੀ ਤਨਖਾਹ ਬਹੁਤ ਘੱਟ ਹੁੰਦੀ ਹੈ, ਪਰ ਫਿਰ ਵੀ ਉਹ ਚਾਹੁੰਦਾ ਹੈ ਕਿ ਉਸਦਾ ਮੁੰਡਾ ਉਸ ਸਕੂਲ ਵਿੱਚ ਪੜ੍ਹੇ। ਉਸਦੇ 5 ਬੱਚੇ ਹੁੰਦੇ ਹਨ, ਪਰ ਫਿਰ ਵੀ ਉਹ ਚਾਹੁੰਦਾ ਹੈ ਕਿ ਘੱਟੋ ਘੱਟ ਇੱਕ ਬੱਚਾ ਤਾਂ ਪੜ੍ਹ ਲਿਖ ਕੇ ਕਾਬਲ ਬਣ ਸਕੇ। ਇਸ ਕਹਾਣੀ ਵਿੱਚੋਂ ਤੁਹਾਨੂੰ 2-2 ਨੰਬਰਾਂ ਵਾਲੇ ਪ੍ਰਸ਼ਨ ਉੱਤਰ ਅਤੇ 1-1 ਨੰਬਰ ਵਾਲੇ ਪ੍ਰਸ਼ਨ ਉੱਤਰ ਆਉਣਗੇ। ਹੁਣ ਅਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰਾਂ ਨੂੰ ਪੜ੍ਹਾਂਗੇ। ਜੁਗਲ ਪ੍ਰਸਾਦ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਿਉਂ ਕਰਵਾਉਣਾ ਚਾਹੁੰਦਾ ਹੈ? ਜੁਗਲ ਪ੍ਰਸਾਦ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਇਸ ਲਈ ਦਾਖਲ ਕਰਾਉਣਾ ਚਾਹੁੰਦਾ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਉਸਦਾ ਪੁੱਤਰ ਅੰਗਰੇਜ਼ੀ ਵਿੱਚ ਪ੍ਰਬੀਨ ਹੋਵੇ। ਉਹਨਾਂ ਸਕੂਲਾਂ ਵਿੱਚ ਆਪਣੀ ਸ਼ਖਸੀਅਤ ਪੁੰਗਰਨ ਲਈ ਕਈ ਤਰ੍ਹਾਂ ਦੇ ਅਵਸਰ ਦਿੱਤੇ ਜਾਂਦੇ ਹਨ। ਉੱਥੋਂ ਦੇ ਬੱਚੇ ਚੰਗੇ ਕੱਪੜੇ ਪਾਉਂਦੇ, ਊਚ ਨੀਚ ਤੋਂ ਬੇਲਾਗ ਇੱਕ ਦੂਜੇ ਨਾਲ ਗੱਲਾਂ ਕਰਦੇ ਹਨ ਅਤੇ ਆਪਸ ਵਿੱਚ ਪਿਆਰ ਨਾਲ ਖੇਡਦੇ ਹਨ। ਉਹ ਬਿਨਾਂ ਝਿਜਕ ਸਾਰਿਆਂ ਨਾਲ ਗੱਲਾਂ ਕਰਦੇ ਅਤੇ ਆਪਣੇ ਆਪ 'ਤੇ ਪੂਰਾ ਭਰੋਸਾ ਹੋਣ ਕਾਰਨ ਉਹ ਅਵਸਰ ਅਨੁਸਾਰ ਗੱਲ ਸੋਚ ਕੇ ਕਰਦੇ ਹਨ। ਅਗਲਾ ਪ੍ਰਸ਼ਨ ਹੈ, ਸਕੂਲ ਦੇ ਪ੍ਰਿੰਸੀਪਲ ਨੇ ਜੁਗਲ ਪ੍ਰਸਾਦ ਨੂੰ ਵਧਾਈ ਕਿਉਂ ਦਿੱਤੀ? ਕਿਉਂਕਿ ਮਹੀਨੇ ਬਾਅਦ ਜਦੋਂ ਜੋਤੀ ਦਾ ਇਮਤਿਹਾਨ ਹੋਇਆ ਤਾਂ ਉਹ ਸਾਰੇ ਜਮਾਤੀਆਂ ਵਿੱਚੋਂ ਅੱਗੇ ਰਿਹਾ। ਜੋਤੀ ਦੀ ਪ੍ਰਿੰਸੀਪਲ ਨੇ ਖੁਸ਼ੀ ਪ੍ਰਗਟ ਕਰਨ ਦੇ ਨਾਲ ਜੁਗਲ ਪ੍ਰਸਾਦ ਨੂੰ ਅਜਿਹੇ ਕਾਬਲ ਅਤੇ ਲਾਇਕ ਪੁੱਤਰ ਹੋਣ 'ਤੇ ਵਧਾਈ ਦਿੱਤੀ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ, ਇਹ ਮੇਰਾ ਲਾਲ ਜਾਏਗਾ ਐਡੇ ਵੱਡੇ ਮੰਤਰੀ ਕੋਲ, ਮੈਂ ਸਦਕੇ ਜਾਵਾਂ। ਜੋਤੀ ਦੀ ਮਾਂ ਦੇ ਇਹਨਾਂ ਸ਼ਬਦਾਂ ਤੋਂ ਕੀ ਭਾਵ ਸੀ? ਜੋਤੀ ਦੀ ਮਾਂ ਦੇਵਕੀ ਨੇ ਕਦੇ ਇਹ ਸੋਚਿਆ ਤੱਕ ਨਹੀਂ ਸੀ ਕਿ ਉਸਦਾ ਪੁੱਤਰ ਇੰਨੇ ਵੱਡੇ ਮੰਤਰੀ ਨੂੰ ਮਿਲ ਕੇ ਉਸਦੇ ਗਲੇ ਵਿੱਚ ਹਾਰ ਪਾਏਗਾ। ਇਹ ਗੱਲ ਉਹਨਾਂ ਲਈ ਬਹੁਤ ਵੱਡੀ ਅਤੇ ਮਾਣ ਵਾਲੀ ਸੀ। ਇਸ ਕਰਕੇ ਜੋਤੀ ਦੀ ਮਾਂ ਨੇ ਅਜਿਹੇ ਸ਼ਬਦ ਕਹੇ। ਜੁਗਲ ਪ੍ਰਸਾਦ ਦੀ ਸੋਚ ਅਨੁਸਾਰ ਆਮਦਨ ਘੱਟ ਹੁੰਦਿਆਂ ਉਸਦੀ ਪਤਨੀ ਘਰ ਦਾ ਗੁਜ਼ਾਰਾ ਕਿਵੇਂ ਤੋਰਦੀ ਸੀ? ਜੁਗਲ ਪ੍ਰਸਾਦ ਸੋਚਦਾ ਹੈ ਕਿ ਜਦੋਂ ਦੀ ਦੇਵਕੀ ਉਸਦੇ ਘਰ ਵਿਆਹੀ ਆਈ ਹੈ, ਤੁੰਗੀ ਦੇ ਪੂੜਾਂ ਵਿੱਚ ਹੀ ਪਿਸ ਰਹੀ ਹੈ, ਮਤਲਬ ਤੰਗੀ ਵਿੱਚ ਹੀ ਦਿਨ ਕੱਟ ਰਹੀ ਹੈ। ਉਹ ਬੜੀ ਹੀ ਮੁਸ਼ਕਲ ਨਾਲ 150 ਰੁਪਏ ਵਿੱਚ 5 ਬੱਚਿਆਂ ਨੂੰ ਪਾਲ ਰਹੀ ਸੀ। ਉਹ ਹਰ ਥਾਂ ਤੋਂ ਪੈਸੇ ਬਚਾਉਣ ਦੀ ਕੋਸ਼ਿਸ਼ ਕਰਦੀ ਅਤੇ ਬੜੇ ਹੀ ਸੰਕੋਚ ਨਾਲ ਪੈਸੇ ਖਰਚ ਕਰਦੀ ਸੀ। ਅਗਲਾ ਪ੍ਰਸ਼ਨ ਹੈ, ਤਕਾਲਾ ਨੂੰ ਸਾਰਾ ਟੱਬਰ ਕਿਸ ਗੱਲ ਦਾ ਇੰਤਜ਼ਾਰ ਕਰ ਰਿਹਾ ਸੀ? ਸਾਰਾ ਟੱਬਰ ਜੋਤੀ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਉਹ ਘਰ ਆਵੇ ਅਤੇ ਦੱਸੇ ਕਿ ਉੱਥੇ ਕੀ ਹੋਇਆ ਅਤੇ ਉਹਨੇ ਮੰਤਰੀ ਨੂੰ ਹਾਰ ਕਿਵੇਂ ਪਾਇਆ। ਡਸਕੋਰੇ ਭਰ ਰਹੇ ਜੋਤੀ ਬਾਰੇ ਸਕੂਲ ਦੀ ਪ੍ਰਿੰਸੀਪਲ ਜੁਗਲ ਪ੍ਰਸਾਦ ਨੂੰ ਕੀ ਕਹਿੰਦੀ ਹੈ? ਉਹ ਪ੍ਰਿੰਸੀਪਲ ਨੂੰ ਕਹਿੰਦੀ ਹੈ ਕਿ ਜੋਤੀ ਨੂੰ ਮੰਤਰੀ ਨੂੰ ਹਾਰ ਪਹਿਨਾਉਣ ਦਾ ਮੌਕਾ ਹੀ ਨਹੀਂ ਮਿਲਿਆ। ਸੇਠ ਲਖਪਤ ਰਾਏ ਨੇ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਂ ਬਦਲਵਾ ਲਿਆ। ਜਦੋਂ ਪ੍ਰਿੰਸੀਪਲ ਨੇ ਫਿਰ ਵੀ ਉਸ ਦੀ ਇੱਕ ਨਾ ਸੁਣੀ ਤਾਂ ਉਸਨੇ ਚੇਅਰਮੈਨ ਨੂੰ ਆ ਕੇ ਇਹ ਕੰਮ ਕਰਵਾ ਲਿਆ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ,
ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ, ਮੇਰਾ ਜਨਮ ਦਿਨ ਹੈ। ਜੁਗਲ ਪ੍ਰਸਾਦ ਨੇ ਇਹ ਗੱਲ ਕਿਸ ਸੰਦਰਭ ਵਿੱਚ ਕਹੀ? ਉਸਨੇ ਇਹ ਗੱਲ ਇਸ ਸੰਦਰਭ ਵਿੱਚ ਕਹੀ ਕਿ ਮੈਨੂੰ ਹੋਸ਼ ਆ ਗਿਆ ਹੈ ਕਿ ਮੈਂ ਅੱਗੇ ਤੋਂ ਕਿਸੇ ਵੀ ਗਰੀਬ ਦਾ ਹੱਕ ਕਿਸੇ ਨੂੰ ਮਾਰਨ ਨਹੀਂ ਦੇਵਾਂਗਾ, ਕਿ ਉਸਨੇ ਆਪਣੇ ਆਪ ਨੂੰ ਜਾਗਰਤ ਕੀਤਾ। ਕਿ ਮੈਂ ਹੁਣ ਜਾਗਰੂਕ ਹੋ ਚੁੱਕਿਆ ਹਾਂ, ਮੈਂ ਗਰੀਬਾਂ ਦੀਆਂ ਆਸਾਂ 'ਤੇ ਪਾਣੀ ਨਹੀਂ ਫਿਰਨ ਦੇਵਾਂਗਾ। ਹੁਣ ਇਸ ਦੇ ਅਗਲੇ ਛੋਟੇ ਪ੍ਰਸ਼ਨ ਉੱਤਰ ਹਨ। ਜਨਮ ਦਿਨ ਕਹਾਣੀ ਦਾ ਲੇਖਕ ਕੌਣ ਹੈ? ਸਵਿੰਦਰ ਸਿੰਘ ਉੱਪਲ। ਸਵਿੰਦਰ ਸਿੰਘ ਉੱਪਲ ਦਾ ਕਹਾਣੀ ਸੰਗ੍ਰਹਿ ਕਿਹੜਾ ਹੈ? ਦੁੱਧ ਪੁੱਤ, ਭਰਾ ਭਰਾਵਾਂ ਦੇ, ਆਪਣਾ ਦੇਸ ਪਰਾਇਆ ਦੇਸ। ਇਹ ਸਾਰੇ ਸਵਿੰਦਰ ਸਿੰਘ ਉੱਪਲ ਨੂੰ ਪੰਜਾਬੀ ਸਾਹਿਤ ਸਮੀਖਿਆ ਬੋਰਡ ਜਲੰਧਰ ਵੱਲੋਂ ਕਿਹੜੀ ਪੁਸਤਕ ਉੱਤੇ ਪੁਰਸਕਾਰਿਤ ਕੀਤਾ ਗਿਆ? ਲਛਮਣ ਰੇਖਾ। ਕਿਹਦੇ ਤੇ? ਲਛਮਣ ਰੇਖਾ ਉੱਪਰ। ਸਵਿੰਦਰ ਸਿੰਘ ਉੱਪਲ ਦਾ ਜਨਮ ਕਿੱਥੇ ਹੋਇਆ? ਪਿੰਡ ਧਮਿਆਲ, ਜ਼ਿਲ੍ਹਾ ਰਾਵਲਪਿੰਡੀ। ਜਨਮ ਦਿਨ ਕਹਾਣੀ ਦਾ ਪਾਤਰ ਹੈ ਜੁਗਲ ਪ੍ਰਸਾਦ, ਦੇਵਕੀ, ਜੋਤੀ। ਉਪਰੋਕਤ ਸਾਰੇ। ਜੁਗਲ ਪ੍ਰਸਾਦ ਦੀ ਕਿੰਨੀ ਤਨਖਾਹ ਵਧੀ ਸੀ? 5 ਰੁਪਏ। ਮੰਤਰੀ ਜਵਾਲਾ ਪ੍ਰਸਾਦ ਦਾ ਜਨਮ ਦਿਨ ਕੌਣ ਮਨਾ ਰਿਹਾ ਸੀ? ਕੌਣ ਮਨਾ ਰਿਹਾ ਸੀ? ਨਾਗਰਿਕ ਸਭਾ, ਰਾਮਗੜੀਆ ਸਮਾਜ, ਅਰੋੜਾ ਬਰਾਦਰੀ। ਨਾਗਰਿਕ ਸਭਾ। ਕੌਣ ਮਨਾ ਰਿਹਾ ਸੀ? ਨਾਗਰਿਕ ਸਭਾ। ਜਨਮ ਦਿਨ ਕਹਾਣੀ ਦਾ ਅੰਤ ਕਿਹੋ ਜਿਹਾ ਸੀ? ਜਨਮ ਦਿਨ ਕਹਾਣੀ ਦਾ ਅੰਤ ਦੁੱਖ ਭਰਿਆ ਸੀ। ਜੋਤੀ ਕਿਹੜੀ ਜਮਾਤ ਵਿੱਚ ਪੜ੍ਹਦਾ ਸੀ? KG ਜਮਾਤ ਵਿੱਚ। ਜੋਤੀ ਕਿਸ ਕਾਰਨ ਮੰਤਰੀ ਦੇ ਗਲ ਹਾਰ ਪਾਉਣ ਲਈ ਚੁਣਿਆ ਗਿਆ ਸੀ? ਲਾਇਕ ਹੋਣ ਕਾਰਨ। ਕਿਸ ਵਸਤ ਦੀ ਕਮੀ ਜੁਗਲ ਪ੍ਰਸਾਦ ਨੂੰ ਸਦਾ ਗੁੱਸਾ ਚੜ੍ਹਾ ਦਿੰਦੀ ਸੀ? ਪੈਸਿਆਂ ਦੀ। ਦੇਵਕੀ ਨੇ ਜੋਤੀ ਲਈ ਚਿੱਟੀ ਕਮੀਜ਼ ਕਿਸ ਕੱਪੜੇ ਦੀ ਬਣਾਈ? ਪੁਰਾਣੀ ਚਿੱਟੀ ਚਾਦਰ ਦੀ। ਅੱਗੇ ਹੈ ਜੋਤੀ ਵੱਲੋਂ ਮੰਤਰੀ ਨੂੰ ਹਾਰ ਪਾਉਣ ਵਾਲਾ ਸਮਾਗਮ ਕਿਹੜੇ ਦਿਨ ਸੀ? ਐਤਵਾਰ ਨੂੰ। ਕਿਸ ਨੇ ਮੰਤਰੀ ਦੇ ਗਲ ਹਾਰ ਪਾਉਣ ਲਈ ਜੋਤੀ ਦੇ ਬਜਾਏ ਆਪਣੇ ਪੁੱਤਰ ਨੂੰ ਭੇਜਿਆ? ਸੇਠ ਲਖਪਤ ਰਾਏ ਨੇ। ਇਸ ਤੋਂ ਬਾਅਦ ਤੁਹਾਡੇ 1-1 ਨੰਬਰ ਵਾਲੇ ਹੋਰ ਪ੍ਰਸ਼ਨ ਉੱਤਰ ਹਨ। ਜਨਮ ਦਿਨ ਕਹਾਣੀ ਕਿਸ ਦੀ ਰਚਨਾ ਹੈ? ਸਵਿੰਦਰ ਸਿੰਘ ਉੱਪਲ ਦੀ। ਜੁਗਲ ਪ੍ਰਸਾਦ ਦੀ ਕਿੰਨੇ ਰੁਪਏ ਤਨਖਾਹ ਵਧੀ? 5 ਰੁਪਏ। ਜੁਗਲ ਪ੍ਰਸਾਦ ਦੇ ਸਭ ਤੋਂ ਛੋਟੇ ਮੁੰਡੇ ਦਾ ਨਾਂ ਕੀ ਸੀ? ਜੋਤੀ। ਜੋਤੀ ਨੂੰ ਅੰਗਰੇਜ਼ੀ ਸਕੂਲ ਦੀ ਕਿਹੜੀ ਜਮਾਤ ਵਿੱਚ ਦਾਖਲ ਕਰਾਇਆ ਗਿਆ? KG ਜਮਾਤ ਵਿੱਚ। ਜੁਗਲ ਪ੍ਰਸਾਦ ਦੀ ਘਰਵਾਲੀ ਦਾ ਕੀ ਨਾਂ ਸੀ? ਦੇਵਕੀ। ਅੰਗਰੇਜ਼ੀ ਸਕੂਲ ਵਿੱਚ ਜੋਤੀ ਨੂੰ ਦਾਖਲ ਕਰਾਉਣ ਲਈ ਜੁਗਲ ਪ੍ਰਸਾਦ ਨੇ ਕਿੰਨੀ ਦਾਖਲਾ ਫੀਸ ਦਿੱਤੀ? 40 ਰੁਪਏ। ਕਿਹੜਾ ਵਿਦਿਆਰਥੀ ਰੱਜ ਕੇ ਸੋਹਣਾ ਹੋਣ ਦੇ ਨਾਲ ਨਾਲ ਜਮਾਤ ਵਿੱਚ ਸਭ ਤੋਂ ਹੁਸ਼ਿਆਰ ਸੀ? ਜੋਤੀ। ਮਹੀਨੇ ਬਾਅਦ ਹੋਏ ਪੇਪਰਾਂ ਵਿੱਚ ਜੋਤੀ ਦੀ ਕੀ ਰਿਪੋਰਟ ਸੀ? ਜੋਤੀ ਜਮਾਤ ਵਿੱਚ ਸਭ ਤੋਂ ਅੱਗੇ ਸੀ। ਆਪਣੇ ਕਲਰਕ ਸਾਥੀਆਂ ਨਾਲ ਜੁਗਲ ਪ੍ਰਸਾਦ ਕਿਸ ਦੀ ਲਿਆਕਤ ਬਾਰੇ ਗੱਲਾਂ ਕਰਦਾ ਹੈ? ਜੋਤੀ ਦੀ। ਆਪਣੇ ਬਾਕੀ ਦੇ ਧੀਆਂ ਪੁੱਤਰ ਨੂੰ ਜੁਗਲ ਪ੍ਰਸਾਦ ਕਿਸ ਵਾਂਗ ਬਣਨ ਦੀ ਪ੍ਰੇਰਨਾ ਦਿੰਦਾ ਹੈ? ਜੋਤੀ ਵਾਂਗ। ਨਾਗਰਿਕ ਸਭਾ ਨੇ ਕਿਸ ਮੰਤਰੀ ਦਾ ਜਨਮ ਦਿਵਸ ਮਨਾਉਣਾ ਸੀ? ਜਵਾਲਾ ਪ੍ਰਸਾਦ ਦਾ। KG ਜਮਾਤ ਵਿੱਚ ਕਿਸ ਵਿਦਿਆਰਥੀ ਨੂੰ ਮੰਤਰੀ ਨੂੰ ਹਾਰ ਪਾਉਣ ਲਈ ਚੁਣਿਆ ਗਿਆ? ਜੋਤੀ ਨੂੰ। ਦੇਵਕੀ ਆਪਣੇ 5 ਬੱਚਿਆਂ ਨੂੰ ਪਾਲਣ ਪੋਸ਼ਣ ਕਿੰਨੇ ਰੁਪਇਆਂ ਵਿੱਚ ਕਰਦੀ ਸੀ? 150 ਰੁਪਏ ਵਿੱਚ। ਗੁੱਡੀ ਦੀ ਬੁਗਨੀ ਵਿੱਚੋਂ ਕਿੰਨੇ ਪੈਸੇ ਨਿਕਲੇ? 7 ਆਨੇ। ਜੋਤੀ ਦੀ ਬੁਗਨੀ ਵਿੱਚੋਂ ਕੁੱਲ ਕਿੰਨੇ ਪੈਸੇ ਨਿਕਲੇ? 12 ਆਨੇ। ਜੋਤੀ ਨੇ ਕਿਹੜੇ ਦਿਨ ਸਕੂਲ ਜਾਣਾ ਸੀ? ਐਤਵਾਰ ਨੂੰ। ਜੁਗਲ ਪ੍ਰਸਾਦ ਨੇ ਕਿੰਨੇ ਰੁਪਏ ਉਧਾਰ ਲਏ? 3 ਰੁਪਏ। ਗੁਆਂਢਣ ਕੋਲੋਂ ਸਿਲਾਈ ਮਸ਼ੀਨ ਲੈ ਕੇ ਦੇਵਕੀ ਨੇ ਫਟੀ ਚਾਦਰ ਵਿੱਚੋਂ ਕੀ ਤਿਆਰ ਕੀਤਾ? ਜੋਤੀ ਦੀ ਚਿੱਟੀ ਕਮੀਜ਼। 2 ਘੰਟਿਆਂ ਦੀ ਛੁੱਟੀ ਲੈ ਕੇ ਜੁਗਲ ਪ੍ਰਸਾਦ ਕਿੱਥੇ ਗਿਆ ਸੀ? ਨਾਗਰਿਕ ਸਭਾ ਦੇ ਦਫ਼ਤਰ। ਨਾਗਰਿਕ ਸਭਾ ਦੇ ਦਫ਼ਤਰ
ਜੁਗਲ ਪ੍ਰਸਾਦ ਕੀ ਕਰਨ ਗਿਆ ਸੀ? ਸੱਦਾ ਪੱਤਰ ਲੈਣ ਲਈ, ਕਿ ਤਾਂ ਜੋ ਉਹ ਵੀ ਸਮਾਗਮ ਵਿੱਚ ਸ਼ਾਮਿਲ ਹੋ ਸਕੇ। ਜੋਤੀ ਦਾ ਨਾਂ ਕਟਵਾ ਕੇ ਆਪਣੇ ਪੁੱਤਰ ਦਾ ਨਾਂ ਕਿਸ ਨੇ ਲਿਖਵਾਇਆ? ਸੇਠ ਲਖਪਤ ਰਾਏ ਨੇ। ਮੰਤਰੀ ਨੂੰ ਹਾਰ ਪਾਉਣ ਲਈ ਆਪਣੇ ਪੁੱਤਰ ਦੀ ਸਿਫਾਰਿਸ਼ ਸੇਠ ਲਖਪਤ ਰਾਏ ਨੇ ਕਿਸ ਨੂੰ ਕੀਤੀ? ਸਕੂਲ ਦੇ ਚੇਅਰਮੈਨ ਨੂੰ। ਤੇ ਬੇਟਾ ਇਸ ਤਰ੍ਹਾਂ ਤੁਹਾਡੀ ਇਹ ਪਹਿਲੀ ਕਹਾਣੀ ਖਤਮ ਹੁੰਦੀ ਹੈ, ਜਨਮ ਦਿਨ, ਜੋ ਕਿ ਇੱਕ ਗਰੀਬ ਵਿਅਕਤੀ ਦੀ ਜ਼ਿੰਦਗੀ ਉੱਤੇ ਲਿਖਿਆ ਗਿਆ ਹੈ। ਤੇ ਹੁਣ ਅਸੀਂ ਅਗਲੀ ਕਹਾਣੀ ਕਰਾਂਗੇ। ਧੰਨਵਾਦ।